गुड मॉर्निंग स्टूडेंट ਅੱਜ ਆਪਾਂ ਆਪਣੇ ਅਗਲੇ ਟੌਪਿਕ ਨੂੰ ਕੰਟੀਨਿਊ ਕਰਾਂਗੇ। ਆਪਣੇ ਅੱਜ ਦੇ ਟੌਪਿਕ ਦੇ ਵਿੱਚ ਹੋਣਗੀਆਂ ਰੈਕਟੀਫਿਕੇਸ਼ਨ ਆਫ ਐਰਰਸ ਆਫਟਰ ਪ੍ਰਪੇਅਰਿੰਗ ਟ੍ਰਾਇਲ ਬੈਲੈਂਸ, ਕਿ ਗਲਤੀਆਂ ਦਾ ਸੁਧਾਰ ਕਰਨਾ ਕਦੋਂ, ਤਲਪਟ ਯਾਨੀ ਕਿ ਟ੍ਰਾਇਲ ਬੈਲੈਂਸ ਨੂੰ ਬਣਾਉਣ ਤੋਂ ਬਾਅਦ। ਬਹੁਤ ਸਾਰੇ ਇੱਦਾਂ ਦੇ ਐਰਰਸ ਹੁੰਦੇ ਆ ਜੋ ਟ੍ਰਾਇਲ ਬੈਲੈਂਸ ਨੂੰ ਬਣਾਉਣ ਤੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਗਲਤੀਆਂ ਹੈ, ਪਰ ਉਹ ਆਪਾਂ ਇੱਕਦਮ ਨਹੀਂ ਸਹੀ ਕਰ ਸਕਦੇ, ਸਾਨੂੰ ਉਹ ਟ੍ਰਾਇਲ ਬੈਲੈਂਸ ਬਣਾ ਕੇ ਫਿਰ ਸਹੀ ਕਰਨਾ ਪੈਂਦਾ ਹੈ। ਸੋ ਫਸਟ ਹੈਗਾ ਰੈਕਟੀਫਿਕੇਸ਼ਨ ਆਫ ਵਨ ਸਾਈਡਡ ਐਰਰਸ ਆਫਟਰ ਦੀ ਪ੍ਰੈਪਰੇਸ਼ਨ ਆਫ ਟ੍ਰਾਇਲ ਬੈਲੈਂਸ। ਇੱਕ ਸਾਈਡ ਦੇ ਐਰਰਸ ਨੂੰ ਅਸੀਂ ਖਤਮ ਕਰ ਸਕਦੇ ਹਾਂ। ਬਹੁਤ ਵਾਰੀ ਕੀ ਹੁੰਦਾ ਕਿ ਟ੍ਰਾਇਲ ਬੈਲੈਂਸ ਆ ਜਿਹੜੇ ਉਹਨੂੰ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਜਾਂ ਇੱਕ ਪਰਸਨ ਦੀ ਪੂਰੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੋਈ ਨਾ ਕੋਈ ਪ੍ਰੋਬਲਮ ਆ ਜਿਹੜੀ ਉਹ ਰਹਿ ਜਾਂਦੀ ਆ। ਇਹਦਾ ਰੀਜ਼ਨ ਕੀ ਹੁੰਦਾ, ਕਹਿੰਦੇ ਇਹ ਜਿਹੜੇ ਬੈਲੈਂਸ ਹੁੰਦੇ ਆ ਜਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਇਹ ਸਾਨੂੰ ਕੀ ਆ ਅਨਫੋਰਚੂਨੇਟਲੀ ਜਾਂ ਅਣਜਾਣੇ ਦੇ ਵਿੱਚ ਮਿਸਟੇਕਸ ਆ ਜਿਹੜੀਆਂ ਹੋ ਜਾਂਦੀਆਂ। ਤਾਂ ਇਹਦੇ ਲਈ ਕੀ ਹੁੰਦਾ ਹੈ, ਕੁਛ ਜਿਹੜੀਆਂ ਐਂਟਰੀਜ਼ ਆ ਜਾਂ ਕੁਛ ਜਿਹੜੇ ਬੁੱਕਸ ਆ ਉਹਨਾਂ ਨੂੰ ਪ੍ਰਪੇਅਰ ਕੀਤਾ ਜਾਂਦਾ। ਜਦੋਂ ਵੀ ਟ੍ਰਾਇਲ ਬੈਲੈਂਸ ਬਣਾਇਆ ਜਾਂਦਾ ਉਹ ਬਿਲਕੁਲ ਫਾਈਨਲ ਅਕਾਊਂਟ ਤੋਂ ਪਹਿਲਾਂ ਬਣਾਇਆ ਜਾਂਦਾ। ਉਹਦਾ ਰੀਜ਼ਨ ਇਹ ਹੁੰਦਾ ਕਿ ਅਸੀਂ ਇਹ ਦੇਖ ਸਕੀਏ ਵੀ ਸਾਡੇ ਕੋਲ ਕੋਈ ਬੈਲੈਂਸ ਆ ਜਿਹੜਾ ਉਹ ਘੱਟ ਤਾਂ ਨਹੀਂ ਰਿਹਾ ਜਾਂ ਵੱਧ ਤਾਂ ਨਹੀਂ ਰਿਹਾ, ਤਾਂ ਉਹਦੇ ਲਈ ਆਪਾਂ ਟ੍ਰਾਇਲ ਬੈਲੈਂਸ ਬਣਾਉਂਦੇ ਹਾਂ। ਅਗਰ ਟ੍ਰਾਇਲ ਬੈਲੈਂਸ ਦੇ ਵਿੱਚ ਕੋਈ ਵੀ ਡਿਫੀਕਲਟੀ ਆਉਂਦੀ ਹੈ ਜਾਂ ਬੈਲੈਂਸ ਵੱਧ ਘੱਟ ਆਉਂਦਾ ਹੈ ਤਾਂ ਉਹਦੇ ਲਈ ਅਸੀਂ ਇੱਕ ਅਕਾਊਂਟ ਓਪਨ ਕਰਦੇ ਹਾਂ। ਆਰਟੀਫਿਸ਼ੀਅਲ ਅਕਾਊਂਟ ਓਪਨ ਕੀਤਾ ਜਾਂਦਾ, ਉਸ ਅਕਾਊਂਟ ਨੂੰ ਅਸੀਂ ਕੀ ਬੋਲਦੇ ਹਾਂ, ਸਸਪੈਂਸ ਅਕਾਊਂਟ, ਕਿਉਂਕਿ ਇਹ ਉਹ ਅਕਾਊਂਟ ਹੁੰਦਾ ਹੈ ਜਿਹਦੇ ਵਿੱਚ ਅਸੀਂ ਉਹ ਵੈਲਿਊ ਪਾਉਂਦੇ ਹਾਂ ਜਿਹੜੀ ਸਾਡੇ ਕੋਲ ਐਜ਼ ਅ ਡਿਫਰੈਂਸ ਆਈ ਹੁੰਦੀ ਹੈ। ਡੈਬਿਟ ਔਰ ਕ੍ਰੈਡਿਟ ਦਾ ਜੋ ਫਰਕ ਆ ਜਾਂਦਾ ਹੈ ਟ੍ਰਾਇਲ ਬੈਲੈਂਸ ਦੇ ਵਿੱਚ, ਤਾਂ ਉਹ ਫਰਕ ਨੂੰ ਮਿਟਾਉਣ ਦੇ ਲਈ ਅਸੀਂ ਇੱਕ ਆਰਟੀਫਿਸ਼ੀਅਲ ਅਕਾਊਂਟ ਓਪਨ ਕਰਦੇ ਹਾਂ, ਉਹਨੂੰ ਕਹਿ ਦਿੰਦੇ ਅਸੀਂ ਸਸਪੈਂਸ ਅਕਾਊਂਟ। ਹੁਣ ਜਿਹੜਾ ਸਸਪੈਂਸ ਅਕਾਊਂਟ ਆ ਉਹਨੂੰ ਕੀ ਆ ਓਪਨ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਲੈਜਰ ਆ, ਲੈਜਰ ਦੀ ਮਦਦ ਆਪਾਂ ਨੂੰ ਲੈਣੀ ਪਏਗੀ, ਬਿਕੋਜ਼ ਸਸਪੈਂਸ ਅਕਾਊਂਟ ਨੂੰ ਸਾਨੂੰ ਪਹਿਲਾਂ ਲੈਜਰ ਦੇ ਵਿੱਚ ਓਪਨ ਕਰਨਾ ਪਊਗਾ, ਜਿਹਦੇ ਵਿੱਚ ਡੈਬਿਟ ਐਂਡ ਕ੍ਰੈਡਿਟ ਦੇ ਵਿੱਚ ਉਹੀ ਸੇਮ ਬੈਲੈਂਸ ਅਸੀਂ ਸ਼ੋਅ ਕਰਾਂਗੇ ਜੋ ਸਾਡੇ ਕੋਲ ਟ੍ਰਾਇਲ ਬੈਲੈਂਸ ਦੇ ਵਿੱਚ ਆ ਰਿਹਾ। ਹਨ ਜਿਹੜਾ ਬੈਲੈਂਸ ਸਾਡੇ ਕੋਲ ਸ਼ਾਰਟਰ ਹੋਊਗਾ, ਮਤਲਬ ਕਿ ਜਿੰਨੀ ਵੈਲਿਊ ਘਟਦੀ ਹੋਊਗੀ ਡੈਬਿਟ ਅਤੇ ਕ੍ਰੈਡਿਟ ਦੋਨਾਂ ਨੂੰ ਇਕੁਅਲ ਕਰਨ ਦੇ ਲਈ ਅਸੀਂ ਉਹ ਬੈਲੈਂਸ ਨੂੰ ਕੀ ਆ ਉੱਥੇ ਸ਼ੋਅ ਕਰ ਦਾਂਗੇ। ਹਨ ਇਹ ਜਿਹੜੇ ਬੈਲੈਂਸ ਆ ਜ਼ਿਆਦਾਤਰ ਸਾਨੂੰ ਡੈਬਿਟ ਕਾਲਮ ਦੇ ਵਿੱਚ ਮਿਲਦੇ ਆ। ਜੇ ਤਾਂ ਅਸੀਂ ਡੈਬਿਟ ਕਾਲਮ ਦੇ ਵਿੱਚ ਆ ਤਾਂ ਅਸੀਂ ਡੈਬਿਟ ਕਾਲਮ ਦੇ ਵਿੱਚ ਸਸਪੈਂਸ ਨੂੰ ਪਾਵਾਂਗੇ, ਅਗਰ ਕ੍ਰੈਡਿਟ ਆ ਤਾਂ ਕ੍ਰੈਡਿਟ ਕਾਲਮ ਦੇ ਵਿੱਚ ਵੈਲਿਊਜ਼ ਨੂੰ ਅਸੀਂ ਪਾਵਾਂਗੇ। ਅਤੇ ਜਿਹੜੇ ਸਸਪੈਂਸ ਅਕਾਊਂਟ ਆ ਅਗਰ ਤਾਂ ਸਾਡੇ ਕੋਲ ਟ੍ਰਾਇਲ ਬੈਲੈਂਸ ਦੇ ਵਿੱਚ ਸ਼ੋਅ ਹੋ ਰਹੇ ਆ ਤਾਂ ਉਹਨੂੰ ਅਸੀਂ ਐਸਿਡ ਸਾਈਡ ਪਾਵਾਂਗੇ। ਕਦੋਂ, ਜਦੋਂ ਡੈਬਿਟ ਬੈਲੈਂਸ ਆ। ਬੈਲੈਂਸ ਸ਼ੀਟ ਦੇ ਵਿੱਚ ਪਾਉਣ ਦੇ ਲਈ ਡੈਬਿਟ ਬੈਲੈਂਸ ਨੂੰ ਅਸੀਂ ਪਾਵਾਂਗੇ ਐਸਿਡ ਸਾਈਡ ਅਤੇ ਕ੍ਰੈਡਿਟ ਬੈਲੈਂਸ ਨੂੰ ਅਸੀਂ ਪਾਵਾਂਗੇ ਲਾਇਬਿਲਿਟੀ ਸਾਈਡ। ਸੋ ਦੋ ਸਾਈਡਸ ਆਪਣੇ ਕੋਲ ਹੁੰਦੀਆਂ। ਜੇ ਤਾਂ ਸਾਡੇ ਕੋਲ ਸਸਪੈਂਸ ਅਕਾਊਂਟ ਟ੍ਰਾਇਲ ਬੈਲੈਂਸ ਦੇ ਵਿੱਚ ਡੈਬਿਟ ਸਾਈਡ ਬਣਿਆ ਕਿ ਡੈਬਿਟ ਸਾਈਡ ਘਟੀ ਹੈ ਤਾਂ ਉਹ ਸਾਡੇ ਐਸਿਡ ਵਾਲੀ ਸਾਈਡ ਜਾਊਗਾ ਬੈਲੈਂਸ ਸ਼ੀਟ ਦੇ ਵਿੱਚ। ਅਗਰ ਲਾਇਬਿਲਿਟੀ ਸਾਈਡ ਆ ਯਾਨੀ ਕਿ ਕ੍ਰੈਡਿਟ ਸਾਈਡ ਆ ਤਾਂ ਫਿਰ ਅਸੀਂ ਉਹਨੂੰ ਲਾਇਬਿਲਿਟੀ ਸਾਈਡ ਸ਼ੋਅ ਕਰਾਂਗੇ। ਹੁਣ ਕੁਛ ਅਕਾਊਂਟ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕੈਰੀ ਫਾਰਵਰਡ ਕਰ ਦਿੰਦੇ ਹਾਂ ਔਰ ਇਹ ਐਰਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਟ੍ਰਾਇਲ ਬੈਲੈਂਸ ਦੇ ਵਿੱਚ ਹੈਗੇ ਆ। ਔਰ ਇਹਨਾਂ ਦੇ ਰੀਜ਼ਨ ਇਹ ਹੁੰਦੇ ਕਿ ਇਹਨਾਂ ਦਾ ਜਿਹੜਾ ਬੈਲੈਂਸ ਆ ਉਹ ਆਟੋਮੈਟਿਕਲੀ ਐਡਜਸਟ ਹੋ ਜਾਂਦਾ ਅਤੇ ਇਹਨਾਂ ਅਕਾਊਂਟਸ ਨੂੰ ਕੀ ਆ ਟ੍ਰਾਇਲ ਬੈਲੈਂਸ ਦੇ ਵਿੱਚ ਨਹੀਂ ਦੇਖਿਆ ਜਾਂਦਾ ਔਰ ਇਹਦੇ ਰਿਜ਼ਲਟ ਨਾਲ ਕਦੀ ਵੀ ਟ੍ਰਾਇਲ ਬੈਲੈਂਸ ਆ ਜਿਹੜਾ ਉਹ ਚੇਂਜ ਨਹੀਂ ਹੁੰਦਾ। ਆਪਾਂ ਸਿਰਫ ਉਹੀ ਐਰਰਸ ਆ ਜਿਹੜੇ ਉਹਨਾਂ ਨੂੰ ਸਹੀ ਕਰ ਸਕਦੇ ਹਾਂ ਟ੍ਰਾਇਲ ਬੈਲੈਂਸ ਦੇ ਵਿੱਚ ਜਿਨ੍ਹਾਂ ਦਾ ਸਾਨੂੰ ਪਤਾ ਲੱਗ ਜਾਂਦਾ, ਜਿਨ੍ਹਾਂ ਦੀਆਂ ਗਲਤੀਆਂ ਸਾਨੂੰ ਸ਼ੋਅ ਹੋ ਜਾਂਦੀਆਂ, ਜਿਹੜੀਆਂ ਸਾਨੂੰ ਐਗਜ਼ੈਕਟਲੀ ਪਤਾ ਲੱਗ ਜਾਂਦਾ ਵੀ ਇਹ ਗਲਤ ਆ। ਸਾਨੂੰ ਇੱਕ ਵਾਰੀ ਚੈਕਿੰਗ ਕਰਨ ਤੋਂ ਕਲੀਅਰ ਹੋ ਜਾਂਦਾ ਵੀ ਹਾਂ ਇੱਥੇ ਗਲਤੀ ਹੈ। ਬਾਕੀ ਜਿਹੜੇ ਐਰਰਸ ਹੁੰਦੇ ਆ ਉਹ ਸਾਨੂੰ ਕੀ ਆ ਜਰਨਲ ਦੇ ਵਿੱਚ ਬਣਾਉਣੇ ਪੈਂਦੇ ਆ। ਜਰਨਲ ਦੇ ਵਿੱਚ ਦੁਬਾਰਾ ਐਂਟਰੀ ਨੂੰ ਪਾਸ ਕਰਕੇ ਦੁਬਾਰਾ ਐਂਟਰੀ ਸ਼ੋਅ ਕਰਕੇ ਐਡਜਸਟਮੈਂਟ ਕਰਕੇ ਫਿਰ ਸਾਨੂੰ ਇਹ ਐਂਟਰੀਆਂ ਜਿਹੜੀਆਂ ਕਲੀਅਰ ਕਰਨੀਆਂ ਪੈਂਦੀਆਂ। ਅਦਰਵਾਈਜ਼ ਟ੍ਰਾਇਲ ਬੈਲੈਂਸ ਦੇ ਵਿੱਚ ਸਿਰਫ ਉਹੀ ਕਰ ਸਕਦੇ ਹਾਂ ਜਿਹੜੇ ਟ੍ਰਾਇਲ ਬੈਲੈਂਸ ਨੂੰ ਫਰਕ ਪਾਉਣਗੇ ਜਾਂ ਜਿਹੜੇ ਟ੍ਰਾਇਲ ਬੈਲੈਂਸ ਦੇ ਟੋਟਲ ਨੂੰ ਫਰਕ ਪਾਉਣਗੇ। ਬਾਕੀ ਸਾਰੇ ਅਸੀਂ ਜਰਨਲ 'ਚ ਪਾ ਸਕਦੇ ਹਾਂ। ਨੈਕਸਟ ਆਪਣੇ ਕੋਲ ਪੁਆਇੰਟ ਸੈਕਿੰਡ ਆ, ਦੋਨੋਂ ਸਾਈਡਸ ਦੇ ਜਿਹੜੇ ਐਰਰਸ ਆ ਉਹਨਾਂ ਨੂੰ ਰੈਕਟੀਫਿਕੇਸ਼ਨ ਕਰਨਾ ਕਦੋਂ, ਜਦੋਂ ਟ੍ਰਾਇਲ ਬੈਲੈਂਸ ਬਣ ਚੁੱਕਿਆ ਹੋਊਗਾ। ਹੁਣ ਕਹਿੰਦੇ ਇਹ ਜਿਹੜੇ ਬੈਲੈਂਸ ਆ ਉਹਨਾਂ ਨੂੰ ਕਰੈਕਟ ਕੀਤਾ ਜਾ ਸਕਦਾ ਹੈ ਔਰ ਇਹਨਾਂ ਨੂੰ ਰੈਕਟੀਫਾਈ ਕਰਨ ਦੇ ਲਈ ਅਸੀਂ ਜਰਨਲ ਐਂਟਰੀਜ਼ ਦੀ ਜਿਹੜੀ ਹੈਲਪ ਲਵਾਂਗੇ। ਔਰ ਜਰਨਲ ਐਂਟਰੀ ਦੇ ਲਈ ਸਾਨੂੰ ਕੀ ਆ ਟ੍ਰਾਇਲ ਬੈਲੈਂਸ ਵੀ ਬਣਾਉਣਾ ਪਊਗਾ, ਜਰਨਲ ਐਂਟਰੀਜ਼ ਵੀ ਪਾਉਣੀਆਂ ਪੈਣਗੀਆਂ। ਉਹਦੇ ਲਈ ਅਸੀਂ ਸਭ ਤੋਂ ਸਟਾਰਟਿੰਗ ਤੋਂ ਸਟਾਰਟ ਕਰਾਂਗੇ ਕਿ ਜਰਨਲ ਐਂਟਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗਲਤੀ ਸਾਡੇ ਤੋਂ ਕਿੱਥੇ ਹੋਈ ਸੀ ਜਾਂ ਕਿਹੜੀ ਹੋਈ ਸੀ ਜਾਂ ਕਿੰਨੀ ਐਂਟਰੀ ਸਾਡੇ ਤੋਂ ਰੋਂਗ ਹੋਈ ਸੀ। ਮੀਨ ਟੂ ਸੇ ਕਿ ਅਸੀਂ ਇੱਕ ਸਾਈਡ ਨਹੀਂ ਅਸੀਂ ਦੋਨੋਂ ਸਾਈਡਸ ਨੂੰ ਸਹੀ ਕਰਾਂਗੇ। ਜਿੱਥੇ ਜਿਹੜੀ ਮੇਨ ਗਲਤੀ ਹੈ ਉਹਨੂੰ ਕਰੈਕਟ ਕਰ ਸਕਦੇ ਹਾਂ ਬੋਥ ਸਾਈਡ ਵਿਦ ਦੀ ਹੈਲਪ ਆਫ ਟ੍ਰਾਇਲ ਬੈਲੈਂਸ। ਆਫਟਰ ਜਦੋਂ ਅਸੀਂ ਟ੍ਰਾਇਲ ਬੈਲੈਂਸ ਬਣਾ ਲਿਆ ਨਾ ਉਸ ਤੋਂ ਬਾਅਦ ਇਹ ਚੀਜ਼ਾਂ ਨੂੰ ਅਸੀਂ ਕਰੈਕਟ ਕਰ ਸਕਦੇ ਹਾਂ। ਕਿੱਦਾਂ, ਜਰਨਲ ਐਂਟਰੀਜ਼ ਨੂੰ ਪਾਸ ਆਊਟ ਕਰਕੇ।
ਹੁਣ ਆਪਣੇ ਕੋਲੇ ਕੁਝ ਇਫੈਕਟਸ ਨੇ ਜੋ ਆਪਣੇ ਕੋਲੇ ਐਰਰ ਆ ਜਿਹੜੇ ਦੇਖਣ ਨੂੰ ਮਿਲਦੇ ਆ ਫਾਈਨਲ ਅਕਾਊਂਟਸ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਇਫੈਕਟ ਦੇਖਾਂਗੇ ਪ੍ਰੋਫਿਟ ਐਂਡ ਲਾਸ ਦੇ ਵਿੱਚ। ਮੰਨ ਲਓ ਕਿ ਅਸੀਂ ਟ੍ਰਾਇਲ ਬੈਲੈਂਸ ਨੂੰ ਪ੍ਰਪੇਅਰ ਕਰ ਲੈਂਦੇ ਆ ਔਰ ਸਾਨੂੰ ਨਹੀਂ ਪਤਾ ਚੱਲਦਾ ਕਿ ਐਰਰਸ ਕਿੱਥੇ ਆ, ਤਾਂ ਉਹਦਾ ਇਫੈਕਟ ਸਾਡੇ ਕੋਲੇ ਪ੍ਰੋਫਿਟ ਐਂਡ ਲਾਸ ਦੇ ਵਿੱਚ ਕੀ ਹੋ ਸਕਦਾ। ਦੇਖੋ ਕਿ ਜਦੋਂ ਅਸੀਂ ਟ੍ਰਾਇਲ ਬੈਲੈਂਸ ਨੂੰ ਬਣਾ ਰਹੇ ਹਾਂ, ਉਹਦਾ ਇਫੈਕਟ ਪ੍ਰੋਫਿਟ ਐਂਡ ਲਾਸ ਦੇ ਵਿੱਚ ਬਹੁਤ ਹੀ ਡਾਇਰੈਕਟ ਹੋਊਗਾ, ਕਿਉਂਕਿ ਪ੍ਰੋਫਿਟ ਐਂਡ ਲਾਸ ਇੱਦਾਂ ਦਾ ਅਕਾਊਂਟ ਆ ਜਿਹਦੇ ਤੋਂ ਸਾਨੂੰ ਪਤਾ ਚੱਲ ਜਾਂਦਾ ਕਿ ਬਿਜ਼ਨਸ ਦੇ ਵਿੱਚ ਕਿੰਨਾ ਪ੍ਰੋਫਿਟ ਆ ਜਾਂ ਕਿੰਨਾ ਲਾਸ ਆ। ਹੁਣ ਅਗਰ ਸਾਡੇ ਕੋਲੇ ਪ੍ਰੋਫਿਟ ਐਂਡ ਲਾਸ ਦੇ ਵਿੱਚ ਕੁਝ ਬੈਲੈਂਸ ਆ ਜਿਹੜੇ ਉਹ ਕਲੀਅਰ ਨਹੀਂ ਦਿਖ ਰਹੇ ਆ, ਗਲਤ ਦਿਖ ਰਹੇ ਆ, ਤਾਂ ਓਬਵੀਅਸ ਆ ਵੀ ਸਾਨੂੰ ਨੁਕਸਾਨ ਹੋਏਗਾ। ਬਿਕੋਜ਼ ਸਾਡਾ ਪ੍ਰੋਫਿਟ ਐਂਡ ਲਾਸ ਸਾਨੂੰ ਦੱਸਦਾ ਹੈ ਕਿ ਜਿੰਨੇ ਵੀ ਸਾਡੇ ਖਰਚੇ ਆ ਉਹ ਸਾਡੇ ਕੀ ਆ, ਡੈਬਿਟ ਆ, ਜਿੰਨੇ ਵੀ ਸਾਡੀਆਂ ਗੇਨਸ ਆ ਜਾਂ ਇਨਕਮ ਆ ਉਹ ਸਾਡੀਆਂ ਕੀ ਆ, ਕ੍ਰੈਡਿਟ ਆ। ਬਟ ਅਗਰ ਸਾਡੇ ਕੋਲੇ ਇੱਦਾਂ ਦੇ ਐਰਰਸ ਆ ਜਾਂਦੇ ਆ, ਓਬਵੀਅਸ ਆ ਸਾਡਾ ਪ੍ਰੋਫਿਟ ਆ ਜਿਹੜਾ ਅਫੈਕਟ ਹੋਊਗਾ। ਜਾਂ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਸ਼ੋ ਕਰੂਗਾ ਜਾਂ ਸਾਨੂੰ ਬਹੁਤ ਜ਼ਿਆਦਾ ਲਾਸ ਸ਼ੋ ਕਰੂਗਾ। ਐਗਜ਼ੈਕਟ ਕੁਝ ਹੋਰ ਹੋਊਗਾ ਬਟ ਜੋ ਅਸੀਂ ਡਾਕੂਮੈਂਟਸ ਦੇ ਵਿੱਚ ਦੇਖਾਂਗੇ ਉਹ ਗਲਤ ਅਲੱਗ ਹੋਏਗਾ। ਹੁਣ ਸਾਨੂੰ ਇਹ ਪਤਾ ਕਰਨ ਦੇ ਲਈ ਵੀ ਇਹ ਕਿਹੜਾ ਅਕਾਊਂਟ ਆ, ਰੀਅਲ ਆ, ਪਰਸਨਲ ਆ, ਨੋਮੀਨਲ ਆ, ਕਿਹੜਾ ਬੈਲੈਂਸ ਆ ਜਾਂ ਕਿਸ ਤਰ੍ਹਾਂ ਦੇ ਸਾਨੂੰ ਕੀ ਇਹ ਚੀਜ਼ਾਂ ਨੂੰ ਚੈੱਕ ਕਰਨਾ ਪਏਗਾ ਤਾਂ ਕਿ ਸਾਡਾ ਜਿਹੜਾ ਪ੍ਰੋਫਿਟ ਆ ਉਹ ਕਿਸੇ ਵੀ ਤਰੀਕੇ ਨਾਲ ਇਫੈਕਟ ਨਾ ਹੋ ਸਕੇ। ਤਾਂ ਕੁਝ ਜਿਹੜੇ ਐਫਰਟਸ ਆ ਜਿਹੜੇ ਉਹ ਦੇਖੇ ਜਾਂਦੇ ਆ, ਕਿਹੜੇ ਕਿਹੜੇ ਇਫੈਕਟ ਆ ਜਿਹੜੇ ਸਾਨੂੰ ਪਤਾ ਲੱਗ ਜਾਂਦੇ ਆ, ਜੋ ਅਸੀਂ ਦੇਖ ਸਕਦੇ ਹਾਂ ਵੀ ਸਾਡਾ ਜਿਹੜਾ ਬੈਲੈਂਸ ਆ ਉਹ ਸਹੀ ਆ ਜਾਂ ਗਲਤ ਆ। ਸਭ ਤੋਂ ਪਹਿਲਾਂ ਆ ਜਾਂਦਾ ਰੋਂਗ ਡੈਬਿਟ ਟੂ ਅ ਨੋਮੀਨਲ ਅਕਾਊਂਟ ਵਿਲ ਰਿਡਿਊਸ ਦਾ ਪ੍ਰੋਫਿਟ। ਹੁਣ ਜਦੋਂ ਸਾਨੂੰ ਪਤਾ ਹੈ ਕਿ ਗਲਤ ਆਇਆ ਪ੍ਰੋਫਿਟ, ਉਹਦੇ ਨਾਲ ਸਾਨੂੰ ਕੀ ਕੀ ਫਰਕ ਪੈਣਗੇ, ਕੀ ਕੀ ਨੁਕਸਾਨ ਹੋ ਸਕਦੇ ਆ। ਸਭ ਤੋਂ ਪਹਿਲਾਂ ਸਾਡੇ ਪ੍ਰੋਫਿਟ ਨੂੰ ਇਹ ਰਿਡਿਊਸ ਕਰਨਗੇ ਗਲਤ ਬੈਲੈਂਸ। ਦੂਸਰਾ ਸਾਡੇ ਕੋਲ ਕੀ ਆ ਜਾਂਦਾ, ਇਹਦੇ ਨਾਲ ਅਗਰ ਸਾਡੇ ਕੋਲ ਕ੍ਰੈਡਿਟ ਦੀ ਵੈਲਿਊ ਗਲਤ ਪਾਈ ਆ ਤਾਂ ਆਟੋਮੈਟਿਕਲੀ ਸਾਡੇ ਪ੍ਰੋਫਿਟ ਆ ਜਿਹੜੇ ਉਹ ਵੱਧ ਜਾਣਗੇ। ਪਹਿਲਾਂ ਤਾਂ ਘਟ ਜਾਣਗੇ ਕਿਉਂਕਿ ਨੋਮੀਨਲ ਦੇ ਵਿੱਚ ਡੈਬਿਟ ਗਲਤ ਆ, ਓਬਵੀਅਸ ਆ ਪ੍ਰੋਫਿਟ ਘਟਣਗੇ। ਅਗਰ ਕ੍ਰੈਡਿਟ ਗਲਤ ਆ ਤਾਂ ਸਾਡੇ ਕੋਲ ਪ੍ਰੋਫਿਟ ਵੱਧ ਜਾਣਗੇ ਜੋ ਕਿ ਰਿਐਲਿਟੀ ਦੇ ਵਿੱਚ ਨਹੀਂ ਹੋਊਗਾ। ਫਿਰ ਕੋਈ ਓਮਿਸ਼ਨ ਹੋ ਗਈ, ਕੋਈ ਚੀਜ਼ ਰਹਿ ਗਈ ਤਾਂ ਹੋ ਸਕਦਾ ਉਹਦੇ ਨਾਲ ਐਕਸਪੈਂਸਿਸ ਜਾਂ ਸਾਡੀ ਇਨਕਮ ਆ ਉਹ ਫਰਕ ਪੈ ਜੇ। ਹੋ ਸਕਦਾ ਐਕਸਪੈਂਸਿਸ ਆ ਜਿਹੜੇ ਉਹ ਵੱਧ ਜਾਣ ਅਤੇ ਇਨਕਮ ਸਾਡੀ ਸ਼ੋ ਹੀ ਨਾ ਕਰੀਏ, ਅਸੀਂ ਇਨਕਮ ਲਿਖਣੀ ਭੁੱਲ ਗਏ, ਅਸੀਂ ਐਕਸਪੈਂਸਿਸ ਹੀ ਜ਼ਿਆਦਾ ਸ਼ੋ ਕਰੀ ਜਾਂਦੇ ਹਾਂ, ਓਬਵੀਅਸ ਆ ਵੀ ਸਾਨੂੰ ਉਹਦਾ ਨੁਕਸਾਨ ਹੋਏਗਾ। ਫਿਰ ਅਮਿਸ਼ਨ ਹੋ ਜਾਂਦੀ ਹੈ ਇਨਕਮ ਦੀ, ਓਬਵੀਅਸ ਆ ਸਾਡੇ ਜਿਹੜੇ ਪ੍ਰੋਫਿਟ ਆ ਡਿਕਰੀਜ਼ ਹੋਣਗੇ। ਚਾਹੇ ਲੋਸਿਸ ਸਾਡੇ ਤੋਂ ਜਿਹੜੇ ਮਿਸਿੰਗ ਹੋ ਜਾਣ, ਚਾਹੇ ਇਨਕਮ ਮਿਸਿੰਗ ਹੋ ਜਾਏ, ਦੋਨਾਂ ਨੂੰ ਫਰਕ ਤਾਂ ਓਬਵੀਅਸ ਆ ਪਏਗਾ। ਨਾਟ ਓਨਲੀ ਇਨ ਪ੍ਰੋਫਿਟ ਐਂਡ ਲਾਸ ਬਟ ਸਮਟਾਈਮ ਕੀ ਹੈ ਸਾਡੇ ਕੋਲ ਜਿਹੜਾ ਟ੍ਰੇਡਿੰਗ ਅਕਾਊਂਟ ਆ ਉਹਦੇ ਵੀ ਜਿਹੜੇ ਇਫੈਕਟ ਸਾਨੂੰ ਦੇਖਣ ਨੂੰ ਮਿਲ ਸਕਦੇ ਆ, ਕਿਉਂਕਿ ਸਾਡੇ ਕੋਲ ਇੱਧਰ ਗਰੋਸ ਪ੍ਰੋਫਿਟ ਵੀ ਕੈਲਕੂਲੇਸ਼ਨ ਦੇ ਵਿੱਚ ਆਉਂਦਾ ਹੈ। ਅਗਰ ਇਹ ਵੀ ਗਲਤ ਹੋ ਗਿਆ ਤਾਂ ਓਬਵੀਅਸ ਆ ਵੀ ਸਾਡੇ ਕੋਲ ਜਿਹੜੀਆਂ ਵੈਲਿਊਜ਼ ਆ ਉਹ ਰੋਂਗ ਚਲੀਆਂ ਜਾਣਗੀਆਂ। ਅਗਰ ਗਰੋਸ ਪ੍ਰੋਫਿਟ ਗਲਤ ਆ ਤਾਂ ਸਾਡਾ ਨੈਟ ਪ੍ਰੋਫਿਟ ਵੀ ਗਲਤ ਹੀ ਆਊਗਾ, ਉਹ ਸਾਨੂੰ ਸਹੀ ਨਹੀਂ ਮਿਲੂਗਾ। ਨੈਕਸਟ ਆਪਣੇ ਕੋਲ ਬੀ ਪੁਆਇੰਟ ਆ ਇਫੈਕਟਸ ਆਫ ਐਰਰ ਔਨ ਬੈਲੈਂਸ ਸ਼ੀਟ। ਹੁਣ ਬੈਲੈਂਸ ਸ਼ੀਟ ਦੇ ਵਿੱਚ ਇਹਦਾ ਕੀ ਅਸਰ ਪਊਗਾ। ਹੁਣ ਬੈਲੈਂਸ ਸ਼ੀਟ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਕੋਲ ਗਲਤ ਲਾਸ ਜਿਹੜੇ ਸ਼ੋ ਹੋਣਗੇ ਜਾਂ ਗਲਤ ਪ੍ਰੋਫਿਟ ਸ਼ੋ ਹੋਣਗੇ ਤਾਂ ਸਾਨੂੰ ਪਤਾ ਹੀ ਨਹੀਂ ਚੱਲੂਗਾ ਕਿ ਐਗਜ਼ੈਕਟ ਸਾਡੀ ਬੈਲੈਂਸ ਸ਼ੀਟ ਦਾ ਟੋਟਲ ਕਿੰਨਾ ਹੈ। ਔਰ ਇਹ ਵੀ ਹੋ ਸਕਦਾ ਕਿ ਸਾਡੀ ਬੈਲੈਂਸ ਸ਼ੀਟ ਆ ਜਿਹੜੀ ਉਹ ਸਾਨੂੰ ਐਸੈਟਸ ਅਤੇ ਲਾਇਬਿਲਿਟੀ ਦੋਨੋਂ ਕੀ ਆ ਰੋਂਗ ਸ਼ੋ ਕਰਨ। ਰੋਂਗ ਕ੍ਰੈਡਿਟ ਆਪਣੀ ਲਾਇਬਿਲਿਟੀ ਹੈ ਜਿਹੜੀ ਉਹਨੂੰ ਇਨਕਰੀਜ਼ ਕਰ ਸਕਦੀ ਹੈ, ਰੋਂਗ ਕ੍ਰੈਡਿਟ ਸਾਡੇ ਐਸੈਟਸ ਆ ਜਿਹੜੀ ਉਹਨਾਂ ਨੂੰ ਇਨਕਰੀਜ਼ ਕਰ ਸਕਦੀ ਹੈ ਔਰ ਸਾਡਾ ਟੋਟਲ ਇਕੁਅਲ ਨਹੀਂ ਆਏਗਾ। ਹੁਣ ਆਪਣੇ ਕੋਲ ਨੈਕਸਟ ਆ ਗਿਆ ਫਾਈਨਲ ਅਕਾਊਂਟ ਦੇ ਉੱਪਰ ਕੀ ਕੀ ਇਫੈਕਟ ਹੋ ਸਕਦੇ ਆ। ਹੁਣ ਸਾਨੂੰ ਇਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਕਲੀਅਰ ਆ ਕਿ ਜਦੋਂ ਵੀ ਅਸੀਂ ਫਾਈਨਲ ਅਕਾਊਂਟ ਪ੍ਰਪੇਅਰ ਕਰਦੇ ਹਾਂ ਉਦੋਂ ਸਾਡੇ ਕੋਲ 3 ਮੇਨ ਅਕਾਊਂਟ ਹੁੰਦੇ ਆ, ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ। ਹੁਣ ਜਦੋਂ ਵੀ ਕੋਈ ਐਂਟਰੀ ਹੈ ਜਿਹਨੂੰ ਅਸੀਂ ਰੈਕਟੀਫਾਈ ਕਰਨਾ ਹੈ, ਚਾਹੇ ਉਹ ਟ੍ਰੇਡਿੰਗ ਦੇ ਵਿੱਚ ਆ ਚਾਹੇ ਉਹ ਪ੍ਰੋਫਿਟ ਐਂਡ ਲਾਸ ਦੇ ਵਿੱਚ ਹੈ, ਸਭ ਤੋਂ ਪਹਿਲਾਂ ਸਾਨੂੰ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕਰਨੀ ਬਹੁਤ ਜ਼ਰੂਰੀ ਹੈ। ਚੈਕਿੰਗ ਕਰਦੇ ਹਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਯੈਸ ਇੱਥੇ ਪ੍ਰੋਬਲਮ ਹੈ, ਇੱਥੇ ਕੋਈ ਨਾ ਕੋਈ ਮਿਸਟੇਕ ਹੋਈ ਆ। ਇਹ ਕਹਿੰਦੇ ਇੱਦਾਂ ਦੀ ਅਕਾਊਂਟ ਆ ਜਿਹੜੇ ਕ੍ਰੀਏਟ ਕਰ ਲੈਂਦੇ ਹਾਂ ਅਸੀਂ। ਫੋਰ ਐਗਜ਼ਾਮਪਲ ਕਈ ਵਾਰੀ ਆਪਾਂ ਸਸਪੈਂਸ ਅਕਾਊਂਟ ਬਣਾ ਲੈਂਦੇ ਹਾਂ ਜਾਂ ਕਈ ਵਾਰੀ ਆਰਟੀਫਿਸ਼ੀਅਲ ਅਕਾਊਂਟਸ ਆ ਜਿਹੜੇ ਪ੍ਰਪੇਅਰ ਕਰ ਲੈਂਦੇ ਹਾਂ। ਕਹਿੰਦੇ ਹੁਣ ਇਹਦੇ ਨਾਲ ਜਿਹੜਾ ਪ੍ਰੋਫਿਟ ਇਨਕਰੀਜ਼ ਤਾਂ ਹੋ ਜਾਏਗਾ ਅਤੇ ਲੋਸ ਵੀ ਘੱਟ ਸਕਦੇ ਆ, ਬਟ ਕੀ ਇਹਦੇ ਨਾਲ ਜਿਹੜੇ ਐਕਸਪੈਂਡੀਚਰ ਆ ਉਹ ਵੀ ਘਟਣਗੇ ਜਾਂ ਇਹਦੇ ਨਾਲ ਸਾਡੀਆਂ ਜਿਹੜੀਆਂ ਗਲਤੀਆਂ ਹੋਈਆਂ ਨੋਮੀਨਲ ਦੇ ਵਿੱਚ ਉਹ ਪ੍ਰੋਫਿਟ ਨੂੰ ਫਰਕ ਪਾਉਣਗੀਆਂ ਕਿ ਨਹੀਂ ਪਾਉਣਗੀਆਂ। ਇਹ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਔਰ ਇਹ ਹੁੰਦਾ ਹੈ ਕਿ ਜਦੋਂ ਵੀ ਆਪਾਂ ਕੋਈ ਸਸਪੈਂਸ ਅਕਾਊਂਟ ਕ੍ਰੀਏਟ ਕਰਦੇ ਹਾਂ ਉਹਦੇ ਨਾਲ ਸਾਡੇ ਬੈਲੈਂਸ ਜਿਹੜੇ ਬਹੁਤ ਫਰਕ 'ਚ ਆ ਜਾਂਦੇ ਹਨ। ਸਸਪੈਂਸ ਅਕਾਊਂਟ ਇੱਕ ਆਰਟੀਫਿਸ਼ੀਅਲ ਹੁੰਦਾ ਬਟ ਉਹ ਰਿਐਲਿਟੀ ਤੋਂ ਬਹੁਤ ਅਲੱਗ ਹੁੰਦਾ। ਸੋ ਇਹ ਜਿਹੜੇ ਪ੍ਰੋਬਲਮਸ ਆ ਸਾਨੂੰ ਹਰੇਕ ਅਕਾਊਂਟ 'ਚ ਇਫੈਕਟ ਕਰਨਗੀਆਂ, ਚਾਹੇ ਉਹ ਪ੍ਰੋਫਿਟ ਐਂਡ ਲਾਸ ਆ ਚਾਹੇ ਉਹ ਫਾਈਨਲ ਅਕਾਊਂਟ ਆ। ਇਹ ਨੇ ਆਪਣੇ ਕੋਲ ਕੁਝ ਜਰਨਲ ਐਂਟਰੀਜ਼ ਜੋ ਆਪਾਂ ਕੱਲ੍ਹ ਡਿਸਕਸ ਕਰਾਂਗੇ। ਸੋ ਅੱਜ ਦਾ ਤੁਹਾਡਾ ਇੰਨਾ ਹੀ ਵਰਕ ਰਹੇਗਾ ਕਿ ਤੁਸੀਂ ਇਹਨਾਂ ਜਰਨਲ ਐਂਟਰੀਜ਼ ਨੂੰ ਇੱਕ ਵਾਰੀ ਸਮਝ ਕੇ ਦੇਖਣਾ ਹੈ, ਦੈਨ ਆਪਾਂ ਕੱਲ੍ਹ ਦੇ ਟੌਪਿਕ ਦੇ ਵਿੱਚ ਇਹਨੂੰ ਕਵਰ ਕਰਾਂਗੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਟੌਪਿਕ। ਥੈਂਕ ਯੂ, ਹੈਵ ਅ ਨਾਈਸ ਡੇ।